ਰੋਜ਼ਾਨਾ ਲੋਕਨਾਥ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਦਾ ਯੋਗ ਰਾਜ ਸ਼ੋਅ ਵਿਦ ਸੁਖਵਿੰਦਰ ਸਿੱਧੂ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਹਰੇਕ ਪੱਖ ਦੇ ਮੁੱਦੇ ਤੇ ਗੱਲਬਾਤ ਕਰਦੇ ਹਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਸਰਦਾਰ ਯੋਗਰਾਜ ਸਿੰਘ ਹੋਣਾ ਦੇ ਆਪਣੇ ਕਿਰਦਾਰ ਦੇ ਉੱਪਰ, ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਫਿਲਮੀ ਐਕਟਰ ਜਾਂ ਸਿੰਗਰ ਜਿਹੜੇ ਹੈਗੇ ਨੇ ਉਹ ਆਮ ਮਸਲਿਆਂ ਦੇ ਵਿੱਚ ਇੰਨੇ ਸੋਚ ਨਹੀਂ ਸਕਦੇ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਉਹ ਕਰਦੇ ਨੇ। ਤਾਂ ਤੁਹਾਨੂੰ ਪਿਛਲੇ ਐਪੀਸੋਡ ਦੇ ਵਿੱਚ ਉਹਨਾਂ ਦੀ ਛਵੀ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਉਹ ਬਹੁਤ ਸਾਰੇ ਲੀਡਰਾਂ ਦੇ ਨਾਲ ਵੀ ਰਹਿ ਚੁੱਕੇ ਨੇ, ਪੰਜਾਬ ਦਾ ਚੰਗਾ ਮਾੜਾ ਦੌਰ ਵੀ ਦੇਖ ਚੁੱਕੇ ਨੇ, ਬਹੁਤ ਸਾਰੀਆਂ ਗੱਲਾਂ ਸਮਝਦੇ ਨੇ ਜੋ ਸਮਾਜ ਦੇ ਲਈ ਜ਼ਰੂਰੀ ਨੇ। ਤਾਂ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ। ਸਾਡੇ ਨਾਲ ਸਰਦਾਰ ਯੋਗਰਾਜ ਸਿੰਘ ਹੋਣੀ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਯੋਗਰਾਜ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਪਹਿਲਾਂ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਤੁਹਾਡੇ ਆਪਣੇ ਕਿਰਦਾਰ ਦੇ ਉੱਪਰ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਜ਼ਿਆਦਾ ਕਹਿੰਦੇ ਨੇ ਕਿ ਫਿਲਮੀ ਐਕਟਰ ਜਾਂ ਜਿਹੜੇ ਸਿੰਗਰ ਆ ਉਹ ਲੋਕਾਂ ਦੇ ਮੁੱਦੇ ਨਹੀਂ ਸਮਝਦੇ। ਤੁਹਾਡੀ ਆਪਾਂ ਛਵੀ ਦਿਖਾਤੀ ਹੈ ਪਿਛਲੇ ਐਪੀਸੋਡ ਦੇ ਵਿੱਚ ਕਿ ਤੁਸੀਂ ਬਹੁਤ ਕੁਝ ਦੇਖਿਆ, ਪੰਜਾਬ ਦੇ ਦੌਰ ਚੰਗਾ ਮਾੜਾ ਵੀ ਦੇਖ ਲਿਆ, ਤੁਸੀਂ ਵੱਡੇ ਲੀਡਰ ਛੋਟੇ ਲੀਡਰ ਸਾਰਿਆਂ ਦੇ ਸੰਪਰਕ ਦੇ ਵਿੱਚ ਵੀ ਰਹੇ ਹੋ, ਅੱਜ ਵੀ ਟੱਚ ਦੇ ਵਿੱਚੋਂ ਚੰਗੀ ਤਰ੍ਹਾਂ ਸਮਝਦੇ ਹੋ, ਬਹੁਤ ਨੇੜੇ ਦੇਖਿਆ ਰਾਜਨੀਤੀ ਅਤੇ ਲੀਡਰਾਂ ਨੂੰ। ਤਾਂ ਅੱਜ ਜਿਹੜਾ ਸ਼ੁਰੂਆਤ ਕਰਾਂਗੇ ਇਸ ਪ੍ਰੋਗਰਾਮ ਦੀ ਅੱਜ ਤੋਂ ਹੀ ਮੁੱਦਿਆਂ ਨੂੰ ਲੈ ਕੇ। ਸਭ ਤੋਂ ਪਹਿਲਾਂ ਜਿਹੜਾ ਕਿਸਾਨੀ ਮੁੱਦਾ ਚੱਲ ਰਿਹਾ, ਕਿਸਾਨ ਹੁਣ 13 ਤਰੀਕ ਨੂੰ ਜਾ ਰਹੇ ਨੇ ਕੇਂਦਰ ਦੇ ਨਾਲ ਮੀਟਿੰਗ ਕਰਨ ਦੇ ਲਈ। ਪਹਿਲਾਂ ਵੀ ਹਾਲਾਂਕਿ ਬੁਲਾਇਆ ਗਿਆ ਸੀ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ, ਪਰ ਕਿਸਾਨ ਜਿਹੜੇ ਉਦੋਂ ਗਏ ਸੀ ਨਿਰਾਸ਼, ਜਿਹੜੇ ਪਰਤੇ ਸੀ ਉੱਥੋਂ ਵਾਕਆਊਟ ਕਰਕੇ ਬਾਹਰ ਆ ਗਏ ਸੀ। ਕਹਿੰਦੇ ਸੀ ਕਿ ਸਾਨੂੰ ਸੱਦ ਤਾਂ ਲਿਆ ਗਿਆ ਪਰ ਕੋਈ ਕੇਂਦਰੀ ਮੰਤਰੀ ਗੱਲ ਕਰਨ ਦੇ ਲਈ ਨਹੀਂ ਆਇਆ। ਪਰ ਇਸ ਵਾਰ ਜਿਹੜਾ ਹੈਗਾ ਕੇਂਦਰੀ ਮੰਤਰੀਆਂ ਨੇ ਖੁਦ ਬੁਲਾਇਆ। ਉਹ ਕਹਿੰਦੇ ਆ ਕਿ ਤੁਸੀਂ ਆਓ, ਅਸੀਂ ਕੇਂਦਰੀ ਮੰਤਰੀ ਰੇਲਵੇ ਮੰਤਰੀ ਜਿਹੜੇ ਪਿਊਸ਼ ਗੋਇਲ ਅਤੇ ਇੱਕ ਹੋਰ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਉਹ ਤੋਮਰ ਜਿਹੜੇ ਹੈਗੇ ਨੇ ਖੇਤੀਬਾੜੀ ਮੰਤਰੀ, ਉਹ ਗੱਲਬਾਤ ਕਰਨਗੇ। ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਮੀਟਿੰਗ ਪਹਿਲਾਂ ਲੇਟ ਸੀ, ਹੁਣ ਮੀਟਿੰਗ ਇਹ ਜਲਦੀ ਬੁਲਾ ਲਈ ਗਈ ਹੈ। ਦੀਵਾਲੀ 14 ਤਰੀਕ ਦੀ ਹੈ ਅਤੇ ਬੁਲਾਈ ਗਿਆ 13 ਤਰੀਕ ਨੂੰ। ਤੁਹਾਨੂੰ ਲੱਗਦਾ ਕਿ ਕੋਈ ਤੋਹਫਾ ਦਿੱਤਾ ਜਾ ਸਕਦਾ, ਕਿਸਾਨਾਂ ਨੂੰ ਕੋਈ ਰਾਹਤ ਦਿੱਤੀ ਜਾ ਸਕਦੀ ਆ ਦੀਵਾਲੀ ਦੇ ਮੌਕੇ 'ਤੇ? ਸੁਖਵਿੰਦਰ ਜੀ, ਗੱਲ ਇਹ ਹੈ ਵੀ ਕੋਈ ਵੀ ਮਸਲਾ ਜ਼ਿੰਦਗੀ ਦਾ ਹੋਵੇ ਉਹ ਮੁੱਕਣਾ ਤਾਂ ਗੱਲਬਾਤ ਦੇ ਨਾਲ ਹੀ ਹੈ। ਲੜਾਈਆਂ ਝਗੜੇ ਖੂਨ ਖਰਾਬੇ ਨਾਲ ਤਾਂ ਗੱਲਾਂ ਕਦੇ ਮੁੱਕੀਆਂ ਨਹੀਂ ਜ਼ਿੰਦਗੀ ਦੇ ਵਿੱਚ। ਔਰ ਮੈਂ ਸਮਝਦਾ ਕਿ ਜਿਹੜਾ ਸਮਝਦਾਰ ਇਨਸਾਨ ਹੈ, ਜਿਹੜਾ ਦੂਜੀ ਦੀ ਤਕਲੀਫ ਸਮਝਦਾ, ਕਿਉਂਕਿ ਮੈਂ ਹਮੇਸ਼ਾ ਜਦ ਵੀ ਗੱਲ ਕਰਦਾ ਜਾਂ ਜਦ ਵੀ ਕਿਸੇ ਮੁੱਦੇ 'ਤੇ ਗੱਲ ਕਰਦਾ, ਜਿੱਦਾਂ ਕਿਸਾਨ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਕਿਸਾਨ ਦੀ ਤਕਲੀਫ ਮੈਨੂੰ ਮਹਿਸੂਸ ਹੋਣੀ ਚਾਹੀਦੀ ਹੈ, ਦਿਲ 'ਚ ਉਹਦਾ ਦਰਦ ਮਹਿਸੂਸ ਹੋਣਾ ਚਾਹੀਦਾ, ਤਾਂ ਹੀ ਮੈਂ ਗੱਲ ਕਰੂੰਗਾ। ਮੈਂ ਸਮਝਦਾ ਕਿ ਜਾਣਾ ਚਾਹੀਦਾ, ਜ਼ਰੂਰ ਜਾਣਾ ਚਾਹੀਦਾ ਜਿਹਨਾਂ ਨੇ ਬੁਲਾਇਆ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਉਦੋਂ ਤੱਕ ਗੱਲਬਾਤ ਕਰਦੇ ਰਹੋ ਜਦ ਤੱਕ ਗੱਲਬਾਤ ਦਾ ਸਿਲਸਿਲਾ ਖਤਮ ਨਾ ਹੋ ਜਾਵੇ। ਇਹ ਗੁਰੂ ਸਾਹਿਬ ਦਾ ਫਰਮਾਨ ਹੈ। ਤਾਂ ਮੈਂ ਤਾਂ ਆਪਣੇ ਗੁਰੂਆਂ ਪੀਰਾਂ ਦੇ ਅਤੇ ਬਾਬਾ ਜੀ ਹੋਣਾ ਸ਼ਹੀਦਾਂ ਦੇ ਕਹਿਣ 'ਤੇ ਚੱਲਦਾ। ਤੁਸੀਂ ਇੱਕ ਵਾਰੀ ਬੁਲਾਓ, 2 ਵਾਰੀ ਬੁਲਾਓ, 10 ਵਾਰੀ ਬੁਲਾਓ, ਮਨਜ਼ੂਰ ਹੈ, ਜਾਣਾ ਚਾਹੀਦਾ। ਔਰ ਜੇ ਰਹਿਨੁਮਾ ਸਾਡਾ ਸਮਝਦਾਰ ਹੈ, ਸਾਡਾ ਪ੍ਰਧਾਨ ਮੰਤਰੀ ਸਮਝਦਾਰ ਹੈ ਔਰ ਉਹ ਸਾਰੇ ਦੇਸ਼ ਦਾ ਭਲਾ ਚਾਹੁੰਦਾ ਹੈ, ਤਾਂ ਮੈਂ ਸਮਝਦਾ ਕਿ ਦੀਵਾਲੀ ਆ ਰਹੀ ਹੈ, ਉਹਦੇ 'ਤੇ ਇੱਕ ਬਹੁਤ ਅੱਛਾ ਤੋਹਫਾ ਦਿੱਤਾ ਜਾ ਸਕਦਾ ਆਪਣੀ ਛਵੀ ਨੂੰ ਠੀਕ ਕਰਨ ਵਾਸਤੇ ਔਰ ਮਹਿਸੂਸ ਕਰਨ ਵਾਸਤੇ ਕਿ ਸ਼ਾਇਦ ਜ਼ਿੰਦਗੀ 'ਚ ਮੈਂ ਮਹਿਸੂਸ ਕੀਤਾ ਕਿ ਜੋ ਅਸੀਂ ਬਿੱਲ ਪਾਸ ਕੀਤਾ ਉਹ ਗਲਤ ਸੀ, ਤੁਹਾਨੂੰ ਪਸੰਦ ਨਹੀਂ ਆਇਆ। ਇੰਨਾ ਕੁਛ ਪੰਜਾਬ 'ਚ ਪਿਛਲੇ 40 ਦਿਨ ਤੋਂ ਹੋ ਰਿਹਾ, ਤੁਸੀਂ ਸਾਰੇ ਦੇਖ ਰਹੇ ਹੋ ਕਿੰਨੀ ਤਕਲੀਫ 'ਚ ਆਪਾਂ ਸਾਰੇ। ਬਿਲਕੁਲ। ਔਰ ਜੇ ਗੱਲ ਕਰ ਦੇਣ ਕਿ ਲਓ ਜੀ ਇਹ 13 ਤਰੀਕ ਨੂੰ ਕੱਲ੍ਹ ਨੂੰ ਦੀਵਾਲੀ ਆ, ਤੋਹਫਾ ਵੀ ਅਸੀਂ ਬਿੱਲ ਰੱਦ ਕਰਦੇ ਹਾਂ, ਕਿਉਂਕਿ ਬਿੱਲਾਂ ਵਿੱਚ ਅਮੈਂਡਮੈਂਟ ਨਹੀਂ ਹੋਣੀ, ਅਮੈਂਡਮੈਂਟ ਦੀ ਕੋਈ ਗੁੰਜਾਇਸ਼ ਨਹੀਂ ਜਿੱਥੇ ਤੱਕ ਮੇਰਾ ਆਪਣਾ ਸੋਚ ਹੈ, ਅਤੇ ਨਾ ਹੀ ਅਮੈਂਡਮੈਂਟ ਕਰਨੀ ਚਾਹੀਦੀ ਹੈ। ਸੋ ਜੇ ਇਹ ਗੱਲ ਕਰ ਦੇਣ ਕਿ ਲਓ ਭਾਈ ਆਹ ਚੱਕੋ, ਤੁਹਾਨੂੰ ਪਸੰਦ ਨਹੀਂ ਸੀ। ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਹਾਲੇ ਤੱਕ ਰਵੱਈਆ ਸਾਹਮਣੇ ਆਇਆ ਕੇਂਦਰ ਸਰਕਾਰ ਦਾ, ਖਾਸ ਕਰਕੇ ਨਰਿੰਦਰ ਮੋਦੀ ਦਾ ਅੜੀਅਲ ਰਵੱਈਆ ਸਾਹਮਣੇ ਆਇਆ, ਤੁਹਾਨੂੰ ਲੱਗਦਾ ਕਿ ਇਹ ਵਾਪਸੀ ਹੋ ਸਕਦੀ ਹੈ? ਬਹੁਤ ਸਾਰੇ ਲੋਕ ਮੰਨਦੇ ਨੇ ਕਿ ਜੇਕਰ ਇਹ ਵਾਪਸ ਹੁੰਦੇ ਨੇ ਤਾਂ ਪੋਲੀਟੀਕਲ ਸੁਸਾਈਡ ਮੰਨਿਆ ਜਾ ਸਕਦਾ ਨਰਿੰਦਰ ਮੋਦੀ। ਨਹੀਂ, ਇੱਕ ਗੱਲ ਬਹੁਤ ਚੰਗੀ ਹੋਈ ਹੈ। ਇਹ ਤਾਂ ਐਵੇਂ ਗੱਲਾਂ ਲੋਕਾਂ ਦੀ ਸੋਚਾਂ 'ਤੇ ਨਹੀਂ ਜਾਣਾ ਚਾਹੀਦਾ। ਇੱਕ ਗੱਲ ਬਹੁਤ ਚੰਗੀ ਹੋਈ ਹੈ, ਇਹ ਹੋਈ ਹੈ ਕਿ ਬੜੀ ਸ਼ਾਂਤੀ ਸੰਪੂਰਨ ਇਹ ਜਿਹੜਾ ਅੰਦੋਲਨ ਹੋਇਆ। ਮੈਂ ਹਮੇਸ਼ਾ ਇਹ ਕਹਿੰਦਾ ਆਇਆ, ਤੁਸੀਂ ਸੁਣਿਆ ਵੀ ਹੈ, ਕਿ ਆਪਾਂ ਸ਼ਾਂਤੀ ਬਣਾਏ ਰੱਖਣਾ। ਆਪਾਂ ਭੁੱਖੇ ਢਿੱਡ ਜੋ ਵੀ ਜਿੰਨੀ ਵੀ ਤਕਲੀਫ ਸਾਨੂੰ ਆ ਰਹੀ ਹੈ, ਖੁਦਾ ਦੇਖ ਵੀ ਰਿਹਾ ਅਤੇ ਖੁਦਾ ਸੁਣ ਵੀ ਰਿਹਾ। ਅਤੇ ਕਈ ਵਾਰੀ ਬੰਦਾ ਸੋਚਣ 'ਤੇ ਮਜਬੂਰ ਹੋ ਜਾਂਦਾ ਹੈ। ਗੁਰੂ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਨੂੰ, ਉਹਨੇ ਪੜ੍ਹਿਆ, ਬਿਮਾਰ ਹੋ ਗਿਆ, ਮੰਜੇ 'ਤੇ ਪੈ ਗਿਆ,
ਮਿਲਣਾ ਚਾਹੁੰਦਾ ਸੀ, ਬੜੇ ਤਰਲੇ ਕੱਢੇ ਗੁਰੂ ਸਾਹਿਬ ਨਾਲ, ਉਹ ਮਰ ਗਿਆ। ਗੁਰੂ ਸਾਹਿਬ ਨੂੰ ਮਿਲਣਾ ਵੀ ਚਾਹ ਰਹੇ ਸੀ, ਪਰ ਸ਼ਾਇਦ ਉਹ ਆ ਰਹੇ ਸੀ ਤੇ ਉਹ ਉਨੀ ਦੇਰ ਨੂੰ ਖਤਮ ਹੋ ਗਿਆ। ਪਰ ਮੈਂ ਸਮਝਦਾ ਕਿ ਇਹ ਅੰਦੋਲਨ ਦਾ ਇੰਨਾ ਕੁ ਅਸਰ ਜ਼ਰੂਰ ਹੈ, ਜੇ ਮੈਂ ਇਨਸਾਨ ਨੂੰ ਇਨਸਾਨ ਦੇ ਬੜੇ ਤੌਰ ਤਰੀਕੇ ਨਾਲ ਦੇਖਦਾ ਕਿ ਸਾਡਾ ਪ੍ਰਧਾਨ ਮੰਤਰੀ ਜਿਹੜਾ ਹੈਗਾ, ਸਾਡਾ ਜਿਹੜਾ ਅਲੰਕਾਰ ਹੈ, ਸਾਡਾ ਜਿਹੜਾ ਤਖਤ ਤਾਜ ਦਾ ਮਾਲਕ ਹੈ, ਉਹ ਇਸ ਗੱਲ ਨੂੰ ਸ਼ਾਇਦ ਕਿਤੇ ਅਹਿਸਾਸ ਕਰੇ ਕਿ ਜਿਹੜੇ ਮਜ਼ਦੂਰਾਂ ਦੀ ਤਕਲੀਫ ਹੈ, ਸ਼ਾਇਦ ਉਹਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਹੋਵੇ। ਪੋਲੀਟੀਕਲ ਹੋ ਸਕਦਾ, ਝੂਠ ਵੀ ਹੋ ਸਕਦਾ, ਇਹ ਦਿਖਾਵਾ ਵੀ ਹੋ ਸਕਦਾ, ਕੁਝ ਵੀ ਹੋ ਸਕਦਾ, ਤਾਂ ਰੱਬ ਜਾਣਦਾ। ਪਰ ਜੇ ਬੁਲਾਇਆ 13 ਤਰੀਕ ਨੂੰ ਪਤਾ ਲੱਗ ਜੂ, ਉਹ ਕਹਿੰਦਾ ਨਾਈਆ ਬਾਲ ਕਿੱਡੇ ਕਿੱਡੇ, ਆਪਾਂ ਬੜੀ ਵਾਰੀ ਗੱਲ ਕੀਤੀ ਹੈ, ਜੇ ਜ਼ਮਾਨਾ ਸਾਹਮਣੇ ਆ ਜਾਣੇ, ਜਾਣਾ ਚਾਹੀਦਾ, ਗੱਲ ਕਰਨੀ ਚਾਹੀਦੀ ਹੈ। ਔਰ ਰੱਬ ਕਰੇ ਕਿਸਾਨ ਵੀ ਜਿਹੜੇ ਹੈਗੇ ਦੁਚਿੱਤੀ ਦੇ ਵਿੱਚ ਨੇ। ਕਿਸਾਨ ਪਿਛਲੀ ਵਾਰੀ ਕਹਿ ਰਹੇ ਸੀ ਕਿ ਜਦੋਂ ਮੀਟਿੰਗ ਹੋਈ ਤਾਂ ਉੱਥੇ ਜਿਹੜੇ ਕੇਂਦਰੀ ਮੰਤਰੀ ਨਹੀਂ ਸੀ ਪਹੁੰਚੇ, ਉਹ ਕਹਿੰਦੇ ਸੀ ਕਿ ਹੁਣ ਅਸੀਂ ਜਾਵਾਂਗੇ ਹੀ ਨਹੀਂ। ਹੁਣ ਜੇਕਰ ਇਹਨਾਂ ਨੇ ਗੱਲਬਾਤ ਕਰਨੀ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਆਉਣ। ਤਾਂ ਕਿਸਾਨਾਂ ਨੇ ਹਾਲੇ ਡਿਸਾਈਡ ਨਹੀਂ ਕੀਤਾ ਕਿ ਉਹਨਾਂ ਨੇ ਜਾਣਾ ਜਾਂ ਨਹੀਂ ਜਾਣਾ। ਤੁਹਾਨੂੰ ਕੀ ਲੱਗਦਾ, ਜਾਣਾ ਚਾਹੀਦਾ? ਇਹ ਵੀ ਗੱਲ ਠੀਕ, ਜੇ ਉਹ ਚੰਡੀਗੜ੍ਹ ਆ ਜਾਣ ਤਾਂ ਕੋਈ ਫਰਕ ਨਹੀਂ। ਜੇ ਉਹ ਝੁਕ ਰਹੇ ਨੇ ਤਾਂ ਚੰਡੀਗੜ੍ਹ ਵੀ ਆ ਸਕਦੇ ਆ। ਜੇ ਆਪਣੇ ਕੈਬਨਿਟ ਮੰਤਰੀ 8 ਮੰਤਰੀ ਭੇਜ ਸਕਦੇ ਆ ਇੱਥੇ ਗੱਲਬਾਤ ਕਰਨ ਵਾਸਤੇ, ਪੰਜਾਬ ਦੇ ਵਿੱਚ ਦੱਸਣ ਵਾਸਤੇ ਬਿੱਲਾਂ ਬਾਰੇ, ਤਾਂ ਗੱਲਬਾਤ ਕਰਨ ਲਈ ਵੀ ਚੰਡੀਗੜ੍ਹ ਆ ਸਕਦੇ ਨੇ। ਮੈਂ ਸਮਝਦਾ ਕਿਸਾਨ ਜਥੇਬੰਦੀਆਂ ਤੇ ਸਾਰੇ ਕਿਸਾਨ ਹੁਣ ਬੜੇ ਸਮਝਦਾਰ ਹੋ ਗਏ, ਇੱਕ ਝੰਡੇ ਥੱਲੇ ਚੱਲ ਰਹੇ। ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਾਰੇ ਜਥੇਬੰਦੀਆਂ ਨੇ ਇੱਕ ਝੰਡਾ ਆਪਣਾ ਬਣਾ ਲਿਆ ਤੇ 7-8 ਬੰਦੇ ਉਹਨਾਂ ਦੇ ਕਮੇਟੀ ਦੇ ਵਿੱਚ ਬਣੇ ਆ। ਜੇ ਚੰਡੀਗੜ੍ਹ ਆ ਕੇ ਗੱਲ ਕਰਨ ਤਾਂ ਬਹੁਤ ਚੰਗਾ। 4 ਕਦਮ ਤੁਮ ਚਲੋ, 4 ਕਦਮ ਹਮ ਚਲੇ, ਸਫ਼ਰ ਆਸਾਨ ਹੋ ਜਾਏਗਾ। ਉਹ ਹੁਣ ਜੇ ਮਿਲਣੀ ਕਰਨੀ ਹੈ ਵਿਆਹ 'ਚ ਤਾਂ 4 ਕਦਮ ਤੁਸੀਂ ਚੱਲੋਗੇ, 4 ਕਦਮ ਕੁੜੀ ਵਾਲੇ ਮੁੰਡੇ ਵਾਲੇ ਆਉਣਗੇ ਤਾਂ ਮਿਲਣੀ ਹੋਊਗੀ। ਤਾਂ ਜੇ ਉਹ ਚੰਡੀਗੜ੍ਹ ਆ ਜਾਣ ਤਾਂ ਬਹੁਤ ਹੀ ਚੰਗਾ। ਇਸ ਵਕਤ ਹਰ ਕੰਮ ਉਹ ਕਰ ਲੈਣਾ ਚਾਹੀਦਾ ਜਿਹੜਾ ਕਿਸਾਨਾਂ ਨੂੰ ਪਸੰਦ ਹੈ, ਪੰਜਾਬ ਦੇ ਲੋਕਾਂ ਨੂੰ ਪਸੰਦ ਹੈ। ਤਾਂ ਹੁਣ ਕਿਸਾਨਾਂ ਦੇ ਮੁੱਦੇ ਤੋਂ ਬਾਅਦ ਜੇਕਰ ਗੱਲਬਾਤ ਕਰੀਏ SGPC ਦੇ ਮੁੱਦੇ ਨੂੰ, ਕਿਉਂਕਿ ਜਿਹੜਾ ਕਿਸਾਨਾਂ ਦਾ ਮੁੱਦਾ ਸੀ, ਲੋਕ ਕਹਿ ਰਹੇ ਨੇ ਕਿਸਾਨ ਇਸ ਲਈ ਜਿਹੜੇ ਲੀਡਰਾਂ ਨੂੰ ਆਪਣੇ ਧਰਨਿਆਂ ਦੇ ਵਿੱਚ ਨਹੀਂ ਆਉਣ ਦੇਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਇਹ ਲੋਕ ਜਿਹੜੇ ਹੈਗੇ 2022 ਦੀਆਂ ਚੋਣਾਂ ਵਾਸਤੇ ਸਾਡੇ ਤੋਂ ਵੋਟ ਬੈਂਕ ਲੈਣਾ ਚਾਹੁੰਦੇ ਨੇ। ਉਹਦੇ ਕਰਕੇ ਸਿਆਸਤ ਜਿਹੜੀ ਗਰਮਾਈ ਹੋਈ ਸੀ ਪੰਜਾਬ ਦੀ ਵੱਖ-ਵੱਖ ਪਾਰਟੀਆਂ ਦੇ ਵੱਲੋਂ, ਕਿਸਾਨਾਂ ਦੇ ਹੱਕ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਵੋਟ ਬੈਂਕ ਨੂੰ ਕੈਸ਼ ਕਰਨ ਦੇ ਲਈ। ਉਹ ਤਾਂ ਸਿਆਸਤ ਗਰਮਾਈ ਸੀ। ਹੁਣ SGPC ਦੀਆਂ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ, ਉਹਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ। ਬੜੇ ਲੰਬੇ ਸਮੇਂ ਤੋਂ ਇਕੱਠੇ ਰਹੇ, ਪਹਿਲਾਂ ਅਕਾਲੀ ਦਲ ਦੇ ਵਿੱਚ ਬ੍ਰਹਮਪੁਰਾ ਤੇ ਢੀਂਡਸਾ ਸਾਹਿਬ, ਫਿਰ ਅਲੱਗ ਹੋ ਗਏ, ਹੁਣ ਅਚਾਨਕ ਫਿਰ ਇਕੱਠੇ ਹੋ ਗਏ। ਸਾਬਕਾ ਜਥੇਦਾਰ ਰਣਜੀਤ ਸਿੰਘ, ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਵਿੱਚ ਦੱਸਦੇ ਸਰਬਜੋਤ ਸਿੰਘ ਬੇਦੀ ਜੀ ਵੀ, ਇਹ ਸਾਰੇ ਇਕੱਠੇ ਹੋ ਗਏ ਨੇ। ਇਹ ਕਹਿੰਦੇ ਨੇ ਕਿ ਬਾਦਲਾਂ ਤੋਂ ਅਸੀਂ SGPC ਨੂੰ ਆਜ਼ਾਦ ਕਰਵਾਉਣਾ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਤੋਂ ਪਹਿਲਾਂ ਵੀ ਢੀਂਡਸਾ ਤੇ ਬ੍ਰਹਮਪੁਰਾ ਇਕੱਠੇ ਹੋ ਗਏ ਸੀ, ਪਰ ਆਪਣੇ ਕੁਝ ਨਿੱਜੀ ਗੱਲਾਂ ਦੇ ਕਰਕੇ ਇਹ ਅਲੱਗ ਹੋ ਗਏ ਸੀ, ਕਿ ਹੁਣ ਲੋਕ ਇਹਨਾਂ ਤੋਂ ਉਮੀਦ ਰੱਖਣ? ਮੈਂ ਹਮੇਸ਼ਾ ਸੁਖਵਿੰਦਰ ਜੀ ਗੱਲ ਕੀਤੀ ਹੈ ਲੀਡਰ ਤੇ ਪਾਰਟੀ ਵਾਲੇ ਤੋਂ ਉੱਠ ਕੇ, ਬਿਯੋਂਡ ਪੋਲਿਟਿਕਸ ਮੈਂ ਹਮੇਸ਼ਾ ਗੱਲ ਕਰਦਾ ਰਿਹਾ। SGPC ਕਿੰਨੀ ਸਾਫ਼ ਹੈ, ਕਿੰਨੀ ਉਹਦੇ 'ਚ ਗਲਤੀਆਂ ਨੇ, ਇਹ ਰੱਬ ਜਾਣਦਾ ਤੇ ਉਹ ਆਪ ਜਾਣਦੇ ਨੇ। ਮੈਂ ਸਮਝਦਾ ਇਹਨੂੰ ਪੋਲੀਟੀਕਲ ਮੁੱਦਾ ਦੇਣਾ ਨਹੀਂ ਚਾਹੀਦਾ। ਤੁਸੀਂ SGPC ਦੀਆਂ ਇਲੈਕਸ਼ਨਾਂ ਕਿਉਂ ਕਰਾਉਂਦੇ ਹੋ? SGPC ਇੱਕ ਗੁਰੂ ਘਰ ਦਾ ਇੱਕ ਹਿੱਸਾ ਹੈ, ਅਕਾਲ ਤਖਤ ਮਹਾਰਾਜ ਇੱਕ ਗੁਰੂ ਘਰ ਦਾ ਹਿੱਸਾ ਹੈ। ਸਾਡੇ ਜਥੇਦਾਰ ਪਹਿਲਾਂ ਹੋਇਆ ਕਰਦੇ ਸੀ, ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ। ਇਹੋ ਜਿਹੇ ਜਥੇਦਾਰਾਂ ਤੋਂ, ਇਹੋ ਜਿਹੇ ਮਹਾਨ ਬ੍ਰਹਮ ਗਿਆਨੀਆਂ ਤੋਂ ਸਿੱਖ ਲੈਣੀ ਚਾਹੀਦੀ ਹੈ। SGPC ਦੇ ਵਿੱਚ ਪੈਸਾ ਜਿਹੜਾ ਇਕੱਠਾ ਹੁੰਦਾ ਹੈ, ਜੇ ਤੁਹਾਡੇ ਤੇ ਕੋਈ ਇਲਜ਼ਾਮ ਲੱਗਿਆ SGPC ਤੇ ਲੱਗਦਾ ਰਿਹਾ, ਤੁਸੀਂ ਕਲੀਅਰ ਕਰੋ। ਜੇ ਤੁਹਾਡੇ ਤੇ ਕੋਈ ਇਲਜ਼ਾਮ ਹੈ ਜਾਂ ਮੇਰੇ ਤੇ ਕੋਈ ਇਲਜ਼ਾਮ ਹੈ, ਮੈਂ ਕਲੀਅਰ ਕਰੂੰਗਾ। ਔਰ ਕਲੀਅਰ ਹਰੇਕ ਨੂੰ ਕਰਨਾ ਵੀ ਚਾਹੀਦਾ ਵੀ ਤੁਸੀਂ ਜਿਹੜਾ ਪੈਸਾ ਹੈ, ਪੈਸੇ ਦਾ ਹੀ ਰੌਲਾ ਵੀ ਪੈਸਾ ਕਿੱਥੇ ਜਾ ਰਿਹਾ, ਤੁਸੀਂ ਉਹਦਾ ਆਡਿਟ ਕਰਾਓ, ਉਹਦਾ ਬਲੂ ਪ੍ਰਿੰਟ ਕੱਢੋ, ਸਾਰੀ ਦੁਨੀਆ ਦੇ ਸਾਹਮਣੇ ਰੱਖੋ। ਕਿਉਂਕਿ ਆਫਟਰ ਆਲ ਜਿਹੜਾ ਪੈਸਾ ਹੈ ਉਹ ਆਵਾਮ ਦਾ ਪੈਸਾ ਹੈ। ਗੁਰੂ ਘਰ ਜਿੰਨਾ ਵੀ ਪੈਸਾ ਜਾਂਦਾ ਹੈ, ਕਹਿੰਦੇ ਨੇ ਕਿ ਗੁਰੂ ਕੀ ਗੋਲਕ ਗਰੀਬ ਕਾ ਮੂੰਹ। ਤੇ ਜੇ ਉਹ ਪੈਸੇ ਦਾ ਰੌਲਾ ਤੁਹਾਡੇ ਤੇ ਇਲਜ਼ਾਮ ਲੱਗਦਾ, ਤੁਸੀਂ ਪਿਛਲੇ 10, 15, 20 ਸਾਲ, 25 ਸਾਲ ਦਾ ਜਿਹੜਾ ਆਡਿਟ ਕਰਾ ਕੇ ਲੋਕਾਂ ਦੇ ਸਾਹਮਣੇ ਰੱਖੋ। ਜੇ ਤੁਸੀਂ ਆਡਿਟ ਨਹੀਂ ਕਰਾ ਰਹੇ, ਪੈਸੇ ਦਾ ਰੌਲਾ ਤੁਹਾਡੇ ਤੇ ਇਲਜ਼ਾਮ ਹੈ, ਫਿਰ ਕੋਈ ਨਾ ਕੋਈ ਗੜਬੜ ਤਾਂ ਹੈਗੀ ਹੈ। ਲੇਕਿਨ ਉਹਨੂੰ ਪੋਲੀਟੀਕਲ ਪਾਰਟੀਆਂ ਕਿਉਂ ਹੈਂਡਲ ਕਰਨ? ਤੁਸੀਂ ਕਮੇਟੀ ਬਣਾਓ ਆਪਣੀ ਗੁਰਦੁਆਰੇ ਦੀ, ਉਹੀ ਲੋਕ ਜਿਹੜੇ ਪਾਠ ਪੂਜਾ ਕਰਦੇ ਨੇ, ਗ੍ਰੰਥੀ ਨੇ, ਉੱਥੇ ਦੇ ਲੋਕ ਨੇ। SGPC ਬਣੀ, ਇੱਕ ਮਿੰਟ, ਉਹਨਾਂ ਨੂੰ ਸੰਭਾਲਣਾ ਚਾਹੀਦਾ। SGPC ਦੀ ਇਲੈਕਸ਼ਨਾਂ ਕਿਸ ਕਰਕੇ, ਵਾਟ ਫॉर, ਕਾਹਦੇ ਵਾਸਤੇ? ਇਹ ਤਾਂ ਆਖਰੀ ਬਣਾਈਆਂ ਨੇ, ਪਹਿਲਾਂ ਤਾਂ SGPC ਦੀ ਇਲੈਕਸ਼ਨਾਂ ਨਹੀਂ ਸੀ ਹੁੰਦੀਆਂ। ਸੋ ਜਿਹੜਾ ਪੈਸਾ ਆਉਂਦਾ ਉਹਨੂੰ ਹੈਂਡਲ ਕਰਨ ਵਾਸਤੇ ਉੱਥੇ ਅਕਾਊਂਟਡ ਹੋਣਾ ਚਾਹੀਦਾ। ਤੁਸੀਂ ਬਲੂ ਪ੍ਰਿੰਟ ਕੱਢੋ, ਹਰ ਮਹੀਨੇ ਕਿੰਨਾ ਪੈਸਾ ਆਇਆ, ਕਿੰਨਾ ਖਰਚ ਹੋਇਆ, ਕਿੱਥੇ ਹੋਇਆ, ਇਹ ਸਾਰੀ ਦੁਨੀਆ ਦੇ ਸਾਹਮਣੇ ਰੱਖਣਾ ਚਾਹੀਦਾ। ਜਿਵੇਂ ਸਰੂਪਾਂ ਦੀ ਗੱਲ ਆਪਾਂ ਕਰੀਏ, ਜਿਹੜੇ ਸਰੂਪ ਗਏ ਨੇ, ਗਬਨ ਹੋਏ ਨੇ, ਗੁਰੂ ਮਹਾਰਾਜ ਦਾ ਇੱਕ ਸਰੂਪ ਬਹੁਤ ਵੱਡਾ ਹੁੰਦਾ। ਇੰਨੇ ਸਰੂਪ ਗਏ ਜਿਹੜੇ ਚਲੇ ਗਏ,
ਗਾਇਬ ਹੋ ਗਏ, ਉਹਦਾ ਦੇਣਦਾਰ ਕੌਣ ਆ? ਆਫਟਰ ਦੱਸਣਾ ਚਾਹੀਦਾ ਕਿੱਥੇ ਗਏ। ਤੁਸੀਂ ਝਗੜਾ ਨਾ ਕਰੋ, ਤੁਸੀਂ ਦੱਸੋ ਵੀ ਉਹ ਕਿੱਥੇ ਚਲੇ ਗਏ। ਤੁਹਾਡੇ ਤੋਂ ਗਲਤੀ ਹੋਈ ਹੈ, ਤੁਸੀਂ ਕਬੂਲ ਕਰੋ। ਗੁਰੂ ਘਰ ਤਾਂ ਇਹੋ ਜਿਹਾ, ਜੇ ਤੁਸੀਂ ਕੋਈ ਗੁਨਾਹ ਵੀ ਕਰ ਲਿਆ ਤਾਂ ਜੇ ਉੱਥੇ ਜਾ ਕੇ ਤੁਸੀਂ ਮਾਫੀ ਮੰਗ ਲਈ ਹੈ ਤੇ ਅੱਗੇ ਤੋਂ ਸਿੱਧੇ ਹੋਣ ਤੇ ਚੱਲਣ ਦਾ ਕਸਮ ਖਾ ਲਈ ਹੈ ਤੇ ਗੁਰੂ ਤੁਹਾਨੂੰ ਮਾਫ ਕਰ ਦਿੰਦਾ। ਸੋ ਮੈਂ ਸਮਝਦਾ ਕਿ ਜਿੱਦਾਂ ਆਪਾਂ ਗੱਲ SGPC ਦੀ ਕੀਤੀ ਹੈ, ਸਰੂਪਾਂ ਦੀ ਗੱਲ ਕੀਤੀ ਹੈ, ਇਹ ਚੀਜ਼ਾਂ ਬਾਰੇ ਸਪਸ਼ਟੀਕਰਨ ਕਰਨਾ ਬਹੁਤ ਜ਼ਰੂਰੀ ਹੈ। 328 ਸਰੂਪ ਗਬਨ ਮਾਮਲੇ ਦੀ ਜਿਹੜੀ ਆਪਾਂ ਗੱਲਬਾਤ ਕੀਤੀ ਹੈ, ਉਹਦੇ ਸੰਬੰਧਿਤ ਜਿਹੜੀ ਜਾਂਚ ਆਈ ਹੈ, ਉਹਦੇ ਵਿੱਚ ਵੀ ਬਹੁਤ ਸਾਰੇ ਸਵਾਲ ਚੱਕੇ ਜਾ ਰਹੇ ਨੇ। ਸਿੱਖ ਜਥੇਬੰਦੀਆਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧਰਨਾ ਲੱਗਿਆ ਹੋਇਆ, ਇੱਕ ਪਾਸੇ ਕਿਸਾਨਾਂ ਦਾ ਧਰਨਾ, ਇੱਕ ਪਾਸੇ ਜਿਹੜਾ ਹੈਗਾ ਸਿੱਖ ਜਥੇਬੰਦੀਆਂ ਦਾ ਧਰਨਾ। ਉਹਨਾਂ ਨੂੰ ਵੀ ਆਪਣੇ ਭਰੋਸੇ 'ਚ ਲੈਣ ਦੀ ਬਜਾਏ SGPC ਦੇ ਵੱਲੋਂ ਉਹਨਾਂ ਨੂੰ ਸੱਚਾਈ ਦੱਸਣ ਦੀ ਬਜਾਏ, ਪਿਆਰ ਨਾਲ ਸਮਝਾਉਣ ਦੀ ਬਜਾਏ ਉਹਨਾਂ 'ਤੇ ਵੀ ਲਾਠੀ ਚਾਰਜ ਕਰਵਾਇਆ ਗਿਆ। ਆਪਣੀ SGPC ਟਾਸਕ ਫੋਰਸ ਦੇ ਵੱਲੋਂ ਪੱਗਾਂ ਲਹਾਈਆਂ ਗਈਆਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਲੋਕ ਆਪਣੇ ਕਿਸੇ ਇੱਕ ਸਿੱਖ ਦੀ ਪੱਗ ਉਤਾਰ ਦਿੰਦੇ ਨੇ ਤਾਂ ਅਸੀਂ ਉਹਨੂੰ ਬਹੁਤ ਮੰਦਭਾਗਾ ਮੰਨਦੇ ਹਾਂ, ਬਹੁਤ ਰੌਲਾ ਰੱਪਾ ਪਾਉਂਦੇ ਹਾਂ ਕਿ ਇਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ, ਪਰ ਜਦੋਂ ਸਿੱਖ ਹੀ ਸਿੱਖਾਂ ਦੀਆਂ ਦਸਤਾਰਾਂ ਲਾਉਣ ਲੱਗ ਜਾਣ ਤਾਂ ਫਿਰ ਕੀ ਸੋਚਿਆ ਜਾਵੇ? ਮੈਂ ਹਰਿਮੰਦਰ ਸਾਹਿਬ ਹੀ ਸੀ ਉਸ ਦਿਨ ਜਿੱਦਣ ਇਹ ਕੰਮ ਹੋਇਆ, ਔਰ ਮੈਨੂੰ ਬੜਾ ਦੁੱਖ ਲੱਗਿਆ ਕਿ ਇਹ ਗੁਰੂ ਮਹਾਰਾਜ ਤੁਹਾਡੇ ਘਰ ਦੇ ਵਿੱਚ ਤੁਹਾਡੇ ਬਣਾਏ ਹੋਏ ਸਿੱਖ ਆਹ ਕੁਛ ਕਰ ਰਹੇ ਹੈ। ਜੇ ਉੱਥੇ ਧਰਨਾ ਲਾਇਆ ਹੈ ਔਰ ਉਹਨਾਂ ਨੇ ਸਰੂਪਾਂ ਬਾਰੇ ਗੱਲ ਕੀਤੀ ਹੈ, ਤੁਹਾਡਾ ਫਰਜ਼ ਬਣਦਾ, ਤੁਹਾਡਾ ਇਹ ਜ਼ਾਤੀ ਫਰਜ਼ ਹੈ ਕਿ ਤੁਸੀਂ ਉਹਨੂੰ ਕਹੋ ਭਾਈ ਆਹ ਹੋਇਆ, ਐਦਾਂ ਹੋਇਆ, ਸਾਡੀ ਜਾਂਚ ਆਹ ਕਹਿੰਦੀ ਹੈ। ਤੁਸੀਂ ਉਹਨਾਂ ਨੂੰ ਮਾਰ ਕਿਵੇਂ ਸਕਦੇ ਹੋ? ਤੁਸੀਂ ਉਹਨੂੰ ਕੁੱਟ ਕਿਵੇਂ ਸਕਦੇ ਹੋ? ਤੁਸੀਂ ਉਹਨਾਂ ਦੇ ਬਾਹਾਂ ਲੱਤਾਂ ਤੋੜ ਕਿਵੇਂ ਸਕਦੇ ਹੋ? ਤੁਹਾਡੀ ਜੁਰਤ ਕਿਵੇਂ ਹੋਈ? ਮੈਂ ਪੁੱਛਦਾ ਕਿ ਤੁਹਾਡੇ ਸਿੱਖ ਬਰਾਦਰੀ ਦੇ, ਤੁਹਾਡੇ ਆਪਣੇ ਭਾਈਚਾਰੇ ਦੇ ਬੰਦੇ, ਵੱਡ ਵਡੇਰੇ ਛੋਟੇ, ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਦੇ ਹੱਥ ਚੁੱਕਦੇ? ਕੌਣ ਕਰਾਉਂਦਾ ਇਹ? ਪੋਲੀਟੀਕਲ ਪਾਰਟੀਆਂ ਕਰਾਉਂਦੀਆਂ ਨੇ, ਲੀਡਰ ਕਰਾਉਂਦੇ ਨੇ। ਮੈਂ ਕਹਿੰਦਾ ਇਸ ਤੋਂ ਵੱਡਾ ਗੁਨਾਹ ਜ਼ਿੰਦਗੀ 'ਚ ਨਹੀਂ ਹੋ ਸਕਦਾ। ਸੁਖਵਿੰਦਰ ਸਿੰਘ, ਮੈਨੂੰ ਐਡਾ ਗੁੱਸਾ ਆਇਆ ਸੀ ਉਹ ਦਿਨ ਕਿ ਹੇ ਖੁਦਾ, ਇਹ ਘਰ ਜਿੱਥੋਂ ਸਾਡੇ 10 ਗੁਰੂ ਇੱਥੇ ਬੈਠੇ ਹੈ, ਸ਼ਹੀਦ ਸਾਡੇ ਇੱਥੇ ਨੇ, ਉਹਨਾਂ ਦੇ ਸਾਹਮਣੇ ਤੁਸੀਂ ਆਪਣੇ ਭਰਾਵਾਂ ਦੀਆਂ ਪੱਗਾਂ ਲਾਉਂਦੇ ਹੋ, ਉਹਨਾਂ ਦਾ ਕੁੱਟਮਾਰ ਕਰਦੇ ਹੋ। ਜੇ ਕੁੱਟਮਾਰ ਉਹ ਬੰਦਾ ਕਰਦਾ ਹੁੰਦਾ ਜਿਹੜਾ ਬੰਦਾ ਦਾਗੀ ਹੋਵੇ। ਤੁਸੀਂ ਦੱਸੋ, ਮੈਂ ਪੁੱਛਦਾ, ਹਰ ਸਿੱਖ ਨੂੰ ਇਹ ਪੁੱਛਣ ਦਾ ਹੱਕ ਹੈ ਕਿ ਦੱਸੋ ਸਾਡੇ ਗੁਰੂਆਂ ਦੇ ਸਰੂਪ ਕਿੱਥੇ ਗਏ? ਤੁਸੀਂ ਕਿਉਂ ਨਹੀਂ ਦੱਸਦੇ? ਤੁਹਾਨੂੰ ਦੱਸਣਾ ਤੁਹਾਡਾ ਫਰਜ਼ ਬਣਦਾ। ਔਰ ਜੇ ਤੁਸੀਂ ਮਾਰ ਕੁੱਟ ਕਰਦੇ ਹੋ ਕਿਸੇ ਦੇ ਕਹੇ ਤੇ, ਗੁਰੂ ਦੇਖ ਵੀ ਰਿਹਾ, ਸੁਣ ਵੀ ਰਿਹਾ। ਮੈਂ ਹਮੇਸ਼ਾ ਕਹਿੰਦਾ ਸਜ਼ਾਵਾਂ ਮਿਲਣਗੀਆਂ, ਜ਼ਰੂਰ ਮਿਲਣਗੀਆਂ, ਬਹੁਤ ਲੋਕਾਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਨੇ। ਲੇਕਿਨ ਮੈਂ ਵੀ ਇਹ ਸਵਾਲ ਪੁੱਛਦਾ, ਸਾਰੀ ਕੌਮ ਇਹ ਸਵਾਲ ਪੁੱਛਦੀ ਹੈ, ਦੱਸੋ ਸਾਨੂੰ ਕਿ ਆਫਟਰ ਆਲ 328 ਸਰੂਪ ਗੁਰੂ ਮਹਾਰਾਜ ਦੇ ਕਿੱਥੇ ਨੇ? ਇਹ ਦੱਸਣਾ ਫਰਜ਼ ਬਣਦਾ। ਜੇ ਤੁਸੀਂ ਨਹੀਂ ਦੱਸ ਰਹੇ, ਜੇ ਤੁਹਾਡੇ ਉੱਤੇ ਪ੍ਰੈਸ਼ਰ ਹੈ, SGPC ਵਾਲੇ ਕਹਿ ਦੇਣ ਕਿ ਸਾਨੂੰ ਜੀ ਫਲਾਣੇ ਲੀਡਰ, ਫਲਾਣੇ ਬੰਦੇ ਸਾਡੇ ਤੇ ਪ੍ਰੈਸ਼ਰ ਪਾਉਂਦੇ ਨੇ ਕਿ ਭਾਈ ਜੇ ਤੁਹਾਡੇ ਕੋਈ ਸਵਾਲ ਪੁੱਛੇ ਉਹਨਾਂ ਨੂੰ ਕੁੱਟਮਾਰ ਕਰੋ, ਫਿਰ ਉਹ ਜ਼ਿੰਮੇਦਾਰ ਨੇ, ਫਿਰ ਉਹਨਾਂ ਨੂੰ ਪੁੱਛੋ। ਇਹੀ ਗੱਲ ਮੈਂ ਕਹਿ ਰਿਹਾ ਸੀ ਕਿ ਇਸ ਵੇਲੇ ਕਿਸਾਨਾਂ ਦਾ ਮੁੱਦਾ, ਆਪਣੇ ਸਰੂਪਾਂ ਦਾ ਮੁੱਦਾ, ਬਹੁਤ ਮੁੱਦੇ ਹੋਰ ਨੇ। ਇਹਨਾਂ ਨੂੰ ਇਕੱਠੇ ਕਰਕੇ ਆਪਾਂ ਇੱਕ ਕੁੰਡਲੀ ਦੇ ਵਿੱਚ ਤੇ ਇਹਨਾਂ ਦੇ ਇੱਕ ਝੰਡੇ ਥੱਲੇ ਆਪਾਂ ਤੁਰ ਸਕਦੇ ਹਾਂ। ਨਾ ਤਾਂ ਲੀਡਰ ਨੇ ਸਦਾ ਰਹਿਣਾ, ਨਾ ਪਾਰਟੀ ਨੇ ਸਦਾ ਰਹਿਣਾ। ਲੇਕਿਨ ਜੇ ਤੁਸੀਂ ਕੋਈ ਤੁਹਾਨੂੰ ਸਵਾਲ ਕਰਦਾ, ਹਰ ਸਿੱਖ ਸਵਾਲ ਕਰੂਗਾ ਕਿ ਮੇਰੇ ਗੁਰੂ ਸਾਹਿਬਾਨ ਦੇ 328 ਸਰੂਪ ਕਿੱਥੇ ਨੇ, ਔਰ ਦੱਸਣਾ ਪੈਣਾ ਅੱਜ ਨਹੀਂ ਤਾਂ ਕੱਲ੍ਹ। ਸੋ ਬੈਟਰ ਇਹ ਹੈ ਕਿ ਜੇ ਗਲਤੀ ਵੀ ਹੋ ਗਈ ਹੈ, ਦੱਸ ਦਿਓ ਕਿ ਜੀ ਆਹ ਹੋ ਗਿਆ, ਸਾਨੂੰ ਆਹ ਲੀਡਰਾਂ ਨੇ ਕਿਹਾ ਸੀ, ਪਾਰਟੀਆਂ ਨੇ ਕਿਹਾ ਸੀ, ਤਾਂ ਸਾਥੋਂ ਇਹ ਗਲਤੀ ਹੋਈ ਹੈ, ਮਾਫੀ ਮੰਗ ਕੇ ਭਾਈਚਾਰਾ ਇਕੱਠਾ ਕਰ ਲਓ, ਲੀਡਰਾਂ ਤੇ ਪਾਰਟੀਆਂ ਚੱਕ ਕੇ ਬਾਹਰ ਛੱਡ ਦਿਓ। ਤੁਹਾਨੂੰ ਲੋੜ ਨਹੀਂ ਲੀਡਰਾਂ ਦੀ, ਤੁਹਾਨੂੰ ਲੋੜ ਨਹੀਂ ਪਾਰਟੀਆਂ ਦੀ। ਮੈਂ ਚਲਾ ਕੇ ਕਹਿ ਰਿਹਾ, ਜੇ ਤੁਸੀਂ ਆਪਸ 'ਚ ਇਕੱਠੇ ਹੋ, ਤੁਹਾਨੂੰ ਸਿਰਫ ਇੱਕ ਜਰਨੈਲ ਚਾਹੀਦਾ, ਲੀਡਰ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ, ਬਾਬਾ ਦੀਪ ਸਿੰਘ ਜੀ ਵਰਗਾ, ਭਾਈ ਮਨੀ ਸਿੰਘ ਜੀ ਵਰਗਾ, ਸਾਡੇ ਗੁਰੂਆਂ ਵਰਗਾ। ਉਹ ਤੁਹਾਡੇ ਗੁਰੂ ਸੀ, ਤੁਹਾਡੇ ਲੀਡਰ ਸੀ, ਤੁਸੀਂ ਉਹਦੇ ਪਿੱਛੇ ਤੁਰਦੇ ਸੀ, ਤੁਹਾਨੂੰ ਦੱਸਦੇ ਜ਼ਿੰਦਗੀ ਕਿਵੇਂ ਜੀਣਾ। ਤੇ ਅੱਜ ਅਸੀਂ SGPC ਦੀਆਂ ਇਲੈਕਸ਼ਨਾਂ ਪਿੱਛੇ ਜਾਂ ਪੈਸੇ ਪਿੱਛੇ ਆਪਣੇ ਨੂੰ ਇੰਨਾ ਦਾਗੀ ਕਰ ਲਿਆ ਕਿ ਆਪਾਂ ਗੁਰੂ ਦੇ ਸਾਹਮਣੇ ਖੜੇ ਹੋਣ ਜੋਗੇ ਵੀ ਹੈ ਨਹੀਂ। ਸੋ ਮੇਰੀ ਇਹ ਇਲਤਜਾ ਹੈ ਕਿ ਇਕੱਠੇ ਹੋ, ਜਿੱਥੇ ਕੋਈ ਗੱਲ ਹੈਗੀ ਹੈ ਉਹਨੂੰ ਜ਼ਰੂਰ ਦੱਸੋ। ਤੁਹਾਡੇ ਤੇ ਇਲਜ਼ਾਮ ਹੈ ਵੀ 328 ਸਰੂਪ ਕਿੱਥੇ ਨੇ, ਦੱਸੋ ਕਿੱਥੇ ਨੇ, ਮੇਰਾ ਵੀ ਸਵਾਲ ਹੈ। ਇਹ ਤਾਂ ਸਰੂਪ ਗਬਨ ਮਾਮਲੇ ਦੀ ਗੱਲ ਸੀ। SGPC ਬਣੀ ਜਿਹੜੀ ਹੈਗੀ ਹੈ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਬਣੀ ਹੈ। ਜੇਕਰ ਸੇਵਾ ਸੰਭਾਲ ਹੀ ਨਹੀਂ ਕਰ ਸਕਦੇ, ਜੇਕਰ ਗੁਰੂ ਸਾਹਿਬ ਦੇ ਸਰੂਪ ਹੀ ਨਹੀਂ ਇਹ ਲੱਭ ਸਕਦੇ ਜਾਂ ਸੰਭਾਲ ਕੇ ਨਹੀਂ ਰੱਖ ਸਕਦੇ, ਗਾਇਬ ਹੋ ਜਾਂਦੇ ਨੇ, ਉਹ ਵੀ 1 ਨਹੀਂ 2 ਨਹੀਂ 10 ਨਹੀਂ 15 ਨਹੀਂ 328, ਤਾਂ ਫਿਰ SGPC ਦਾ ਕੰਮ ਕੀ ਹੈ? ਤਾਂ ਫਿਰ ਕੁਰਸੀਆਂ ਛੱਡਦੇ ਕਿਉਂ ਨਹੀਂ? ਕਹਿੰਦੇ ਨੇ ਕਿ ਅਸੀਂ ਸੇਵਾ ਕਰਦੇ ਹਾਂ, ਸੇਵਾ ਕਰਨ ਦਾ ਕਿਸੇ ਹੋਰ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ, ਇਹ ਕਿਉਂ ਨਹੀਂ ਛੱਡਦੇ ਫਿਰ ਕੁਰਸੀਆਂ? ਮੈਂ ਇੱਕ ਗੱਲ ਪੁੱਛ ਦੇਣਾ ਚਾਹੁੰਦਾ ਸਾਰਿਆਂ ਨੂੰ, ਜਿੰਨੇ ਵੀ ਉੱਥੇ ਕੁਰਸੀਆਂ ਵਾਲੇ ਬੰਦੇ ਆ, ਜਿਹੜੇ ਵੀ SGPC ਚਲਾ ਰਹੇ ਆ, ਤੁਸੀਂ ਜੋ ਵੀ ਕੀਤਾ ਹੈ ਤੁਹਾਡੀ ਆਤਮਾ ਜਾਣਦੀ ਹੈ, ਰੱਬ ਜਾਣਦਾ, ਖੁਦਾ ਜਾਣਦਾ, ਗੁਰੂ ਵੀ ਜਾਣਦੇ ਨੇ। ਜੇ ਗੁਰੂ ਘਰ ਦਾ ਕਿਸੇ ਨੇ 1 ਪੈਸਾ ਵੀ ਖਾਧਾ, ਯਕੀਨ ਮੰਨਣਾ ਸੁਖਵਿੰਦਰ, ਉਹਨੂੰ ਦੇਣਾ ਪਊਗਾ, ਉਹਦੀ ਪੁਸ਼ਤਾਂ ਨੂੰ ਦੇਣਾ ਪਊਗਾ।
ਔਰ ਇਹ ਹੁੰਦਾ ਆਇਆ, ਇਹ ਤਾਂ ਸਿਲਸਿਲਾ ਚੱਲਦਾ ਰਿਹਾ ਜ਼ਿੰਦਗੀ 'ਚ ਹਮੇਸ਼ਾ। ਜੇ ਤੁਸੀਂ ਕਿ ਜਵਾਬ ਨਹੀਂ ਦੇ ਸਕਦੇ ਵੀ 328 ਸਰੂਪ ਗੁਰੂ ਮਹਾਰਾਜ ਦੇ ਕਿੱਥੇ ਨੇ, ਇਹ ਸਵਾਲ ਬਹੁਤ ਦੇਰ ਤੋਂ ਖੜਾ ਹੈ, ਤਾਂ ਫਿਰ ਤੁਹਾਨੂੰ ਉਸ ਕੁਰਸੀਆਂ ਤੇ ਬੈਠਣ ਦਾ ਕੋਈ ਹੱਕ ਨਹੀਂ। ਜੇ ਤੁਸੀਂ ਸੇਵਾ ਸੰਭਾਲ ਪੈਸਾ ਤੁਸੀਂ ਕਸਮ ਖਾ ਕੇ ਕਹਿ ਦਿਓ ਖੜੇ ਹੋ ਕੇ ਗੁਰੂ ਮਹਾਰਾਜ ਦੇ ਘਰੇ ਕਿ ਗੁਰੂ ਅਸੀਂ ਇੱਕ ਵੀ ਪੈਸਾ ਤੇਰੀ ਗੋਲਕ ਦਾ ਕਿਸੇ ਨੂੰ ਨਹੀਂ ਦਿੱਤਾ, ਕਿਸੇ ਲੀਡਰ ਨੂੰ ਨਹੀਂ ਦਿੱਤਾ, ਕਿਸੇ ਪਾਰਟੀ ਨੂੰ ਦਿੱਤਾ, ਕਿਸੇ ਦੀ ਜੇਬ 'ਚ ਨਹੀਂ ਪਾਇਆ, ਮੰਨ ਲਾਂਗੇ, ਕਿਉਂਕਿ ਗੁਰੂ ਦੇ ਘਰ ਝੂਠ ਬੋਲ ਕੇ ਫਿਰ ਦੇਣਾ ਉਹਦਾ ਆਪੋ ਆਪਾ ਹੀ ਹੈ। ਸੋ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਹੈ ਕਿ ਨਵੀਂ ਚੀਜ਼ ਆਉਣੀ ਚਾਹੀਦੀ ਹੈ, ਨਵੇਂ ਲਹਿਰ ਆਉਣੀ ਚਾਹੀਦੀ ਹੈ, ਨਵੇਂ ਲੋਕ ਆਉਣੇ ਚਾਹੀਦੇ ਹੈ। ਇਹ ਸਾਰੀ SGPC ਜਿਹੜੀ ਹੈਗੀ ਹੈ, ਇਹ ਜਿਹੜੇ ਉੱਥੇ ਆਪਣੇ ਗੋਲਡਨ ਟੈਂਪਲ ਦੇ ਵਿੱਚ ਆਪਣੇ ਹਰਿਮੰਦਰ ਸਾਹਿਬ ਜਿਹੜੇ ਬੰਦੇ ਚਲਾ ਰਹੇ ਆ ਉਹਨਾਂ ਨੂੰ ਸੌਂਪ ਦੇਣੀ ਚਾਹੀਦੀ ਹੈ। ਇਹ ਤਾਂ ਇਲੈਕਸ਼ਨਾਂ ਦਾ ਗੰਦ ਹੁੰਦਾ ਹੈ, ਔਰ ਮੈਂ ਨਹੀਂ ਸਮਝਦਾ ਕਿ ਉਸ ਸਥਾਨ ਦੇ ਵਿੱਚ ਜਿੱਥੇ 10 ਗੁਰੂਆਂ ਦਾ ਵਾਸ ਹੈ, ਸ਼ਹੀਦਾਂ ਦਾ ਵਾਸ ਹੈ, ਉੱਥੇ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਜਾਂ ਉੱਥੇ ਇਹ ਚੀਜ਼ਾਂ ਕਿਸੇ ਬੰਦੇ ਨੂੰ ਸੌਂਪ ਦੇਣੀਆਂ ਚਾਹੀਦੀਆਂ। ਕਮੇਟੀ ਬਣਾਓ ਔਰ ਉਸ ਕਮੇਟੀ ਤੋਂ ਹਰ ਮਹੀਨੇ ਹਰ ਚੀਜ਼ ਦਾ ਸਵਾਲ ਲਓ, ਔਰ ਉਹ ਜਿਹੜੀ ਕਮੇਟੀ ਹੋਣੀ ਚਾਹੀਦੀ ਹੈ ਉਹ ਜਵਾਨ ਮੁੰਡੇ, ਯੰਗ ਮੁੰਡੇ ਅਪਾਇੰਟ ਕੀਤੇ ਹੋਣੇ ਚਾਹੀਦੇ। ਪੰਜਾਬ ਦੀ ਜਿਹੋ ਜਿਹੀ ਸਥਿਤੀ ਬਣੀ ਹੋਈ ਹੈ, ਕਿਤੇ ਸਿੱਖ ਜਥੇਬੰਦੀਆਂ ਧਰਨੇ ਲਾ ਰਹੇ ਨੇ, ਕਿਤੇ ਜਿਹੜਾ ਹੈਗਾ ਕਿਸਾਨ ਧਰਨੇ ਲਾ ਰਹੇ ਨੇ, ਪੰਜਾਬ ਦੀ ਰਾਜਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਰਾਜਨੀਤੀ ਦੋ ਤਰੀਕੇ ਦੀ ਹੁੰਦੀ ਹੈ। ਇਨਸਾਨ ਵੀ ਦੋ ਤਰੀਕੇ ਦੇ ਹੁੰਦੇ ਨੇ, ਇੱਕ ਅੱਛਾ ਇਨਸਾਨ ਹੁੰਦਾ, ਇੱਕ ਮਾੜਾ ਇਨਸਾਨ ਹੁੰਦਾ। ਰਾਜਨੀਤੀ ਕੋਈ ਮਾੜੀ ਚੀਜ਼ ਨਹੀਂ। ਗੁਰੂ ਸਾਹਿਬ ਨੇ ਵੀ ਰਾਜਨੀਤੀ ਬਾਰੇ ਬਹੁਤ ਕੁਝ ਦੱਸਿਆ ਕਿ ਜਿਹੜਾ ਬੰਦਾ ਰਾਜਨੀਤੀ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਕੀਤਾ, ਉਹਨੇ 40 ਸਾਲ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਧਰਮ ਪਿੱਛੇ ਝਗੜੇ ਨਹੀਂ ਹੋਏ, ਕੋਈ ਮਹਾਮਾਰੀ ਨਹੀਂ ਹੋਈ, ਉੱਥੇ ਕਿਸੇ ਔਰਤ ਨੂੰ ਜਾਂ ਕਿਸੇ ਨੂੰ ਕੋਈ ਉੱਥੇ ਗੁਨਾਹ ਹੀ ਨਹੀਂ ਹੋਇਆ। 40 ਸਾਲ ਬਹੁਤ ਵੱਡਾ ਅਰਸਾ ਹੁੰਦਾ, ਲੇਕਿਨ ਉਹ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਸਵੇਰੇ ਜਦ ਜਾਂਦੇ ਸੀ ਕਿ ਗੁਰੂ ਮਹਾਰਾਜ ਮੇਰੇ ਅੰਗ ਸੰਗ ਰਹਿਓ, ਕੋਈ ਮਾੜਾ ਕੰਮ ਨਾ ਕਰਾਇਓ, ਮੇਰੇ ਤੋਂ ਚੰਗਾ ਕੰਮ ਹੋਵੇ। ਸ਼ਾਮ ਨੂੰ ਆਉਂਦੇ ਸੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੱਥਾ ਟੇਕ ਕੇ ਤੇ ਆਪਣੇ ਰਾਤ ਨੂੰ ਉਹ ਰਾਜਾ ਸੌਂਦਾ ਸੀ। ਤੁਸੀਂ ਜਦ ਵੀ ਕੋਈ ਕੰਮ ਕਰਨਾ ਹੈ, ਮੇਰੀ ਇਹ ਸੁਜੈਸ਼ਨ ਹੈ, ਮੰਨਣਾ ਨਾ ਮੰਨਣਾ ਇਹਨਾਂ ਦਾ ਕੰਮ ਹੈ, ਤੁਸੀਂ ਗੁਰੂ ਮਹਾਰਾਜ ਕੋਲ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਹੈ, ਤੁਸੀਂ ਮੇਰੇ ਅੰਗ ਸੰਗ ਰਹੋ, ਤੁਸੀਂ ਜੋ ਕਰਾਉਣਾ ਤੁਸੀਂ ਕਰਾਇਓ, ਮਾੜਾ ਨਾ ਕਰਾਇਓ, ਮੇਰੇ ਤੋਂ ਚੰਗਾ ਕਰਾਇਓ, ਮੈਂ ਆਵਾਮ ਦਾ ਚੰਗਾ ਕਰਾਂ। ਤੁਸੀਂ ਇਹ ਅਰਦਾਸ ਕਰਕੇ ਰੋਜ਼ ਕੁਰਸੀ ਤੇ ਬੈਠੋ ਕਿ ਬਿਰਾਜਮਾਨ ਤੁਸੀਂ ਗੁਰੂ ਮਹਾਰਾਜ ਤੁਸੀਂ ਕਰਾਓ, ਮੇਰੇ ਹੱਥੋਂ ਜੋ ਕਰਾਉਣਾ ਤੁਸੀਂ ਚੰਗਾ ਕਰਾਉਣਾ, ਤੁਸੀਂ ਕਦੇ ਵੀ ਮਾੜਾ ਨਹੀਂ ਕਰੋ। ਸ਼ਾਮ ਨੂੰ ਸੌਣ ਤੋਂ ਪਹਿਲਾਂ ਤੁਸੀਂ ਹਮੇਸ਼ਾ ਕਹੋ ਮਹਾਰਾਜ ਜੇ ਕੋਈ ਗਲਤੀ ਹੋ ਗਈ ਤਾਂ ਉਹਨੂੰ ਮਾफ़ ਕਰ ਦਿਓ, ਜੇ ਮੈਂ ਕਿਸੇ ਦਾ ਦਿਲ ਦੁਖਾਇਆ ਤਾਂ ਵੀ ਮਾफ़ ਕਰ ਦਿਓ। ਇਹ ਚੀਜ਼ਾਂ ਜੇ ਆਪਾਂ ਕਰਾਂਗੇ ਤਾਂ ਕਦੇ ਵੀ ਤੁਹਾਨੂੰ ਦੁੱਖ ਨਹੀਂ ਆ ਸਕਦੇ। ਸੁਖਵਿੰਦਰ ਸਿੰਘ ਜੀ ਤੁਹਾਨੂੰ ਯਾਦ ਹੋਊਗਾ, ਮੈਂ ਗੱਲ ਹਮੇਸ਼ਾ ਕਹਿੰਦਾ ਰਿਹਾ ਔਰ ਅੱਜ ਵੀ ਕਹਿਣਾ, ਜਿੱਥੇ ਆਪਣੇ ਕਿਸਾਨਾਂ ਦੇ ਅੰਦੋਲਨ ਚੱਲ ਰਹੇ ਨੇ, ਜਿੱਥੇ ਆਪਣੇ SGPC ਦਾ ਸਵਾਲ ਹੈ ਜਾਂ ਗੁਰੂ ਘਰ ਦਾ ਸਵਾਲ ਹੈ ਜਾਂ ਕਿਤੇ ਵੀ ਕੋਈ ਸਵਾਲ ਹੈ, ਜਦ ਤੱਕ ਆਪਾਂ ਗੁਰੂ ਨਾਲ ਜੁੜੇ ਹੋਏ ਹਾਂ। ਮੈਂ ਸਵੇਰੇ ਉੱਠਦਾ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਅਰਦਾਸ ਕਰਦਾ, ਪਾਠ ਕਰਨ ਤੋਂ ਬਾਅਦ, ਮਹਾਰਾਜ ਅੱਜ ਮੈਂ ਚੱਲਿਆ, ਤੁਹਾਡੇ ਹੁਕਮ ਤੁਸੀਂ ਥਾਪੜਾ ਦਿੱਤਾ, ਤੁਹਾਡੇ ਚਰਨਾਂ 'ਚ ਕੋਟੀ ਕੋਟ ਪ੍ਰਣਾਮ ਹੈ, ਮੇਰੇ ਸਿਰ ਤੇ ਹੱਥ ਰੱਖਿਓ, ਮਿਹਰ ਰੱਖਿਓ, ਤਰਸ ਕਰਿਓ ਮੇਰੇ ਤੇ, ਮੇਰੇ ਤੋਂ ਚੰਗਾ ਕਰਾਇਓ, ਮਾੜਾ ਨਾ ਕਰਾਇਓ। ਜੋ ਬੋਲਣਾ ਤੁਸੀਂ ਬੋਲਣਾ, ਮੈਂ ਨਹੀਂ ਬੋਲਣਾ, ਜੋ ਕਰਾਉਣਾ ਤੁਸੀਂ ਕਰਾਉਣਾ। ਇਹ ਰੋਜ਼ ਮੈਂ ਸ਼ਾਮ ਨੂੰ ਨਿਕਲਦਾ, ਜਦ ਸ਼ਾਮ ਨੂੰ ਵਾਪਸ ਆਉਣਾ, ਸਵੇਰ ਨੂੰ ਨਿਕਲਣ ਤੋਂ ਬਾਅਦ ਮੈਂ ਕਹਿੰਦਾ ਗੁਰੂ ਮਹਾਰਾਜ ਵਾਪਸ ਆ ਕੇ ਕੋਈ ਗਲਤੀ ਹੋ ਗਈ ਤਾਂ ਮਾफ़ ਕਰ ਦਿਓ, ਤੁਸੀਂ ਅੰਗ ਸੰਗ ਰਹਿਣਾ। ਤੁਸੀਂ ਕਦੇ ਵੀ ਜ਼ਿੰਦਗੀ 'ਚ ਮਾੜਾ ਡਿਸੀਜ਼ਨ ਨਹੀਂ ਲੈ ਸਕਦੇ, ਕਦੇ ਜ਼ਿੰਦਗੀ ਤੁਸੀਂ ਮਾੜਾ ਕੰਮ ਨਹੀਂ ਕਰ ਸਕਦੇ। ਤੁਸੀਂ ਗਲਤ ਪੈਸੇ ਨੂੰ ਹੱਥ ਵੀ ਲਾਓਗੇ, ਗੁਰੂ ਘਰ ਦੀ ਗੋਲਕ ਨੂੰ ਤੁਹਾਡੇ ਹੱਥ ਕੰਬਣ ਲੱਗ ਜਾਣਗੇ। ਆਪਾਂ ਜ਼ਿੰਦਗੀ ਦੇ ਵਿੱਚ ਸਿਰਫ ਦਿਖਾਵਾ ਹੀ ਕਰ ਰਹੇ ਹਾਂ। ਗੁਰੂ ਨੂੰ ਤੇ ਰੱਬ ਨੂੰ ਆਪਾਂ ਜ਼ਿੰਦਗੀ 'ਚੋਂ ਅਹਿਮੀਅਤ ਹੁਣ ਦਿੰਦੇ ਹੀ ਨਹੀਂ, ਕਿਉਂਕਿ ਪੈਸਾ ਮੁੱਖ ਹੋ ਗਿਆ ਔਰ ਇਹ ਜ਼ਿੰਦਗੀ 'ਚ ਨਾਲ ਨਹੀਂ ਜਾਣਾ। ਸੋ ਮੈਂ ਸਮਝਦਾ ਕੋਈ ਵੀ ਚੀਜ਼ ਅਰਦਾਸ ਕਰਕੇ ਸੱਚੇ ਮਨੋਂ ਤੁਸੀਂ ਕਰੋਗੇ, ਗੁਰੂ ਤੁਹਾਡੇ ਨਾਲ ਖੜਦਾ ਹੈ। ਔਰ ਮੈਂ ਨਹੀਂ ਸਮਝਦਾ ਕਿ ਜਿੰਨਾ ਹਿਸਾਬ ਕਿਤਾਬ SGPC ਦਾ ਪੈਸੇ ਦਾ ਮਾਮਲਾ ਜਾਂ ਕੋਈ ਵੀ ਮਾਮਲਾ, ਜੇ ਕਿਸੇ ਤੋਂ ਕੋਈ ਗਲਤੀ ਹੋ ਗਈ ਹੈ, ਅੱਜ ਵੀ ਸਾਰੇ ਉੱਥੇ ਮੱਥਾ ਟੇਕ ਕੇ ਮਾफ़ੀ ਮੰਗ ਕੇ ਤੇ ਅੱਗੇ ਤੋਂ ਇੱਕ ਸਾਫ਼ ਸੁਥਰਾ ਆਪਾਂ ਆਪਣਾ ਕੰਮ ਚਲਾਈਏ ਤਾਂ ਕਿ ਆਪਣੇ ਤੇ ਕੋਈ ਉਂਗਲ ਨਾ ਕਰੇ। ਹੁਣ ਇੱਕ ਸਰਪੰਚ ਫੜਿਆ ਗਿਆ ਸੀ ਪਾਇਲ ਦੇ ਕੋਲ, ਨਸ਼ੇ ਦੇ ਵਿੱਚ ਫੜਿਆ ਗਿਆ ਸੀ। ਹਾਂ, ਕਿੰਨੀਆਂ ਉਹਦੇ ਕੋਲ ਲਗਜ਼ਰੀ ਗੱਡੀਆਂ, ਮਹਿਲ ਮੁਨਾਰੇ ਖੜੇ ਸੀ। ਤਾਂ ਇਹ ਲੀਡਰਾਂ ਤੋਂ ਬਿਨਾਂ ਤੁਹਾਨੂੰ ਲੱਗਦਾ ਕੀ ਵਿਕਸਿਆ? ਦੇਖੋ ਕਿ ਪਹਿਲਾਂ ਤਾਂ ਉਹਦੀਆਂ ਫੋਟੋਆਂ ਕਹਿਣ ਲੱਗੇ ਕਿ ਅਕਾਲੀ ਸਰਪੰਚ ਹੈ, ਫੋਟੋਆਂ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਨਿਕਲ ਆਈਆਂ, ਫਿਰ ਉਹਦੀਆਂ ਫੋਟੋਆਂ ਕਾਂਗਰਸ ਦੇ ਲੀਡਰਾਂ ਦੇ ਨਾਲ ਨਿਕਲ ਆਈਆਂ, ਫਿਰ ਉਹਦੀਆਂ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਨਾਲ ਨਿਕਲ ਆਈਆਂ। ਕਿ ਤੁਹਾਨੂੰ ਲੱਗਦਾ ਕਿ ਉਹ ਜਿਨ੍ਹਾਂ ਦੇ ਨਾਲ ਫੋਟੋਆਂ ਹੈਗੀਆਂ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਕਿੰਨੇ ਕੁ ਸੰਬੰਧ ਸੀ, ਕਿਤੇ ਨਾ ਕਿਤੇ ਇਹਦੀ ਸਪੋਰਟ ਕਰਦੇ ਸੀ ਜਾਂ ਨਹੀਂ ਕਰਦੇ ਸੀ? ਜਿਹੜਾ ਬੰਦਾ ਡਾਕਾ ਮਾਰੇ, ਚੋਰੀ ਕਰੇ, ਉਹ ਇਕੱਲਾ ਤਾਂ ਕਰ ਨਹੀਂ ਸਕਦਾ, ਉਹਦੇ ਨਾਲ ਉਹਦੀ ਪਾਰਟੀ ਹੁੰਦੀ ਹੈ ਪੂਰੀ।
ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਵੀ ਹੈ ਨਹੀਂ ਕਿ ਜੇ ਮੈਂ ਤੁਹਾਡੇ ਨਾਲ ਅਟੈਚ ਹਾਂ ਵੀ ਮੈਂ ਕੀ ਕੁਝ ਕਰਦਾ ਫਿਰਦਾ ਤੁਹਾਡੇ ਕੋਲ ਹਰ ਰੋਜ਼ ਆਉਣਾ ਤੇ ਤੁਹਾਨੂੰ ਇਹ ਪਤਾ ਨਾ ਹੋਵੇ ਵੀ ਸੁਖਵਿੰਦਰ ਕੀ ਕਰ ਰਿਹਾ। ਬਿਲਕੁਲ ਇੱਕ ਕਦ ਹੋ ਸਕਦਾ ਵੀ ਚਿੱਟੇ ਦੇ ਟਰੱਕ ਤੁਸੀਂ ਕੱਢਤੇ ਨਸ਼ੇ ਦੇ ਪੰਜਾਬ 'ਚ ਵੇਚਤਾ ਤੇ ਆਪਾਂ ਨੂੰ ਜਾਂ ਕਿਸੇ ਨੂੰ ਪਤਾ ਨਹੀਂ ਵੀ ਆਪਾਂ ਹੱਸ ਕੇ ਟਾਲ ਦਈਏ। ਸਭ ਪਤਾ ਹੈ ਕੌਣ ਕਰਾ ਰਿਹਾ, ਕਿਹੜਾ ਕਰਾ ਰਿਹਾ। ਮੈਂ ਤਾਂ ਕੱਲ ਜਦ ਸਪੀਚ ਦੇ ਰਿਹਾ ਸੀ ਉੱਥੇ ਫਿਰੋਜ਼ਪੁਰ ਤਾਂ ਮੁਲਾਜ਼ਮ ਖੜੇ ਸੀ ਸਾਰੇ। ਮੈਂ ਕਿਹਾ ਤੁਹਾਨੂੰ ਸਾਰਾ ਕੁਝ ਹੀ ਪਤਾ, ਤੁਸੀਂ ਵੀ ਕਿਸਾਨਾਂ ਦੇ ਬੱਚੇ ਹੋ, ਤੁਸੀਂ ਵੀ ਅਫਸਰਾਂ ਦਾ ਯੈਸ ਨੋ ਕਰਦੇ ਹੋ। ਤੁਹਾਡੇ 'ਚ ਕੋਈ ਐਸਾ ਹੈ ਜਿਹੜਾ ਅਫਸਰ ਨੂੰ ਇਹ ਕਹਦੇ ਮੈਂ ਕੰਮ ਨਹੀਂ ਕਰਨਾ ਜਾਂ ਮੇਰੀ ਵਰਦੀ ਆ ਪਈ ਹੈ ਮੈਂ ਨੌਕਰੀ ਛੱਡੀ। ਮੈਂ ਕਿਹਾ ਤੁਸੀਂ ਹਰ ਉਹ ਕੰਮ ਕਰਦੇ ਹੋ ਜੋ ਕੰਮ ਤੁਹਾਤੋਂ ਕਰਾਇਆ ਜਾਂਦਾ। ਹੁਣ ਮੈਂ ਇੱਕ ਗੱਲ ਪੁੱਛਦਾ, ਉਹੀ ਅੱਜ ਜੇ ਤੁਸੀਂ ਨਾਂ ਲਿਆ ਕੀ ਨਾਂ ਹੈ ਆ ਜਿਹੜਾ ਫੜਿਆ ਗਿਆ ਗੁਰਦੀਪ ਸਿੰਘ ਦੀ ਸਜ਼ਾ ਕੀ ਹੈ? ਗੁਰਦੀਪ ਸਿੰਘ ਨੂੰ ਘੜੀਸ ਕੇ ਸ਼ਹੀਦਾਂ ਵਾਲੇ 'ਚ ਉੱਥੇ ਲਿਆ ਕੇ ਗੁਰਦੁਆਰੇ ਦੇ ਮੂਹਰੇ ਗੋਲੀ ਮਾਰ ਦੇਣੀ ਚਾਹੀਦੀ ਹੈ। ਮੈਂ ਕੱਲ੍ਹ ਇਹ ਗੱਲ ਕੀਤੀ ਸੀ ਤਾਂ ਬੜੀ ਛੇਤੀ ਇੱਕ ਬੰਦਾ ਭੜਕ ਗਿਆ। ਮੈਂ ਕਿਹਾ ਸਾਡਾ ਸਿਧਾਂਤ ਗਲਤ ਹੈ, ਸਾਡਾ ਲਾਅ ਗਲਤ ਹੈ। ਸਾਡੇ ਲਾਅ ਦੇ ਵਿੱਚ ਹੋਣਾ ਚਾਹੀਦਾ ਕਿ ਜਿਹੜਾ ਚਿੱਟਾ ਵੇਚਦਾ ਫੜਿਆ ਗਿਆ ਉਹਦੇ ਨਾਲ ਦੀ ਇਨਕੁਆਇਰੀ ਕਰਾ ਕੇ ਜਿੰਨੇ ਦੇ ਜਿੰਨੇ ਬੰਦੇ ਆ ਖੜ ਕੇ ਉਹਨੂੰ ਸਿਰ 'ਚ ਗੋਲੀ ਮਾਰ ਦੇਣੀ ਚਾਹੀਦੀ ਹੈ। ਕਿਉਂਕਿ ਜਦ ਤੁਸੀਂ ਕੋਰਟ 'ਚ ਜਾਓਗੇ ਜਾਂਦੇ ਕੇਸ ਤੁਹਾਡਾ ਖਾਰਜ ਹੋ ਜਾਊਗਾ, ਖਤਮ ਹੋ ਜਾਊਗਾ। ਹਰੀ ਸਿੰਘ ਨਲੂਏ ਨੇ ਜਾਂ ਰਾਜ ਕੀਤਾ 14 ਸਾਲ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸਿਰਫ ਇੱਕ ਚੀਜ਼ ਕਰਕੇ ਕਿ ਖੌਫ ਬੜਾ ਸੀ ਕਿ ਜੇ ਅਸੀਂ ਗਲਤੀ ਕੀਤੀ ਭਾਵੇਂ ਮਹਾਰਾਜ ਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਪਏ, ਪਤਾ ਤੁਹਾਨੂੰ ਇਸ ਗੱਲ ਦਾ ਕਿਉਂ ਪਏ? ਇਹ ਵੀ ਤੁਹਾਨੂੰ ਪਤਾ ਹੈ, ਠੀਕ ਹੈ? ਕਿਉਂਕਿ ਉਹ ਖੜਾ ਹੋ ਗਿਆ ਸੀ ਤੇ ਬਾਜ਼ਾਰ 'ਚ ਨੱਚ ਰਹੀ ਸੀ ਜਨਾਨੀ ਤੇ ਉਹਦਾ ਨਾਚ ਦੇਖਣ ਗਿਆ ਸੀ। ਉਹਦੇ ਕੋੜੇ ਅਕਾਲੀ ਫੂਲਾ ਸਿੰਘ ਨੇ ਮਾਰੇ, ਇਸ ਕਰਕੇ ਮਾਰੇ ਕਿਉਂਕਿ ਰਾਜਾ ਕਹਿੰਦਾ ਸੀ ਮੈਂ ਗੁਨਾਹ ਕੀਤਾ। ਇਹਨੂੰ ਕਹਿੰਦੇ ਰਾਜ, ਇਹਨੂੰ ਕਹਿੰਦੇ ਰਾਜਾ। ਸੋ ਜਿਹਨੇ ਗੁਨਾਹ ਕੀਤਾ ਉਹਨੂੰ ਦੇਰ ਦਿਨ ਸਜ਼ਾ ਮਿਲਣੀ ਚਾਹੀਦੀ ਹੈ। ਸਾਡਾ ਲਾਅ ਇਹੋ ਜਿਹਾ ਪਤਾ ਇਹਨਾਂ ਨੂੰ। ਅੱਜ ਜੀ FIR ਹੋਊਗੀ ਜੀ, ਫਿਰ ਜੀ ਉਹ ਕੋਰਟ 'ਚ ਜਾਊਗਾ ਜੀ, ਫਿਰ ਉਹਦੇ ਤੇ ਕੇਸ ਚੱਲੂਗਾ ਜੀ। 15 ਲੱਖ ਫਾਈਲਾਂ ਪਈਆਂ ਨੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਦੇ ਫੈਸਲੇ ਅਜੇ ਤੱਕ ਨਹੀਂ ਹੋਏ। ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਸੋ ਮੈਂ ਸਮਝਦਾ ਜਦ ਫੈਸਲਾ ਦੇਰ ਦਿਨ ਹੋਣ ਲੱਗ ਗਿਆ, ਤੁਸੀਂ ਬੰਦਾ ਫੜ ਲਿਆ, ਬੰਦੇ ਫੜ ਲਏ, ਇਨਕੁਆਇਰੀ ਕਰ ਲਈ, ਖਤਮ, ਫਿਨਿਸ਼ ਇਟ। ਉਹਨਾਂ ਦੀ ਮਾਫੀ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਡਰਦੇ ਹਾਂ, ਸਾਡਾ ਸਿਧਾਂਤ ਇਹੋ ਜਿਹਾ। ਇਸ ਕਰਕੇ ਇਹ ਸਾਡਾ ਹਾਲ ਹੈ। ਜਿੱਦਣ ਸਾਡੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦਾ ਮੈਨੂੰ ਪਤਾ ਨਹੀਂ, ਪੰਜਾਬ ਦੇ ਵਿੱਚ ਉਹੀ ਰਾਜ ਜੇ ਹਰੀ ਸਿੰਘ ਨਲੂਆ ਜੀ ਨੇ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਜਿੱਥੇ ਸਜ਼ਾ ਬੇਸ਼ੱਕ ਮੈਂ ਆ ਤੁਸੀਂ ਹੋ ਗਲਤ ਕੀਤਾ ਹੈ, ਉਹਨੂੰ ਦੇਰ ਐਂਡ ਦੈਨ ਉਸੇ ਵੇਲੇ ਲਾਅ ਕਹਿੰਦਾ ਉਸੇ ਵੇਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਜਿਹੜਾ ਉਹਨੂੰ ਪਤਾ ਤੇ ਜਿਹੜੇ ਲੀਡਰ ਅਫਸਰ ਉਹਦੇ ਲਿਹਾਜੀ ਆ ਜਿਹੜੇ ਸਪੋਰਟ ਕਰਦੇ, ਲੀਡਰ ਵਿੱਚੇ ਹੀ ਅਫਸਰ ਵਿੱਚੇ ਸਭ ਫਿਨਿਸ਼ ਖਤਮ। ਤੁਹਾਨੂੰ ਪਤਾ ਦੁਬਈ ਦੇ ਇੱਕ ਵੀਡੀਓ ਹੈਗੀ ਹੈ ਜਿੱਥੇ 7 ਬੰਦੇ ਨੇ ਕੁੜੀ ਨੂੰ ਰੇਪ ਕੀਤਾ ਔਰ ਮੈਂ ਬੜੀ ਵਾਰੀ ਇਹ ਗੱਲ ਸੁਣਾਈ ਹੈ। ਉਹਨਾਂ ਨੇ ਜੰਗਲ 'ਚ ਲਿਜਾ ਕੇ ਉਹਨੇ ਸਿਰ ਕਲਮ ਕਰਦੇ ਤੇ ਜਾਨਵਰ ਖਾ ਗਏ ਉਹਨਾਂ ਦੇ। ਉਹਨੇ ਸੰਸਕਾਰ ਵੀ ਨਹੀਂ ਕੀਤਾ, ਉਹਨੂੰ ਦਫਨਾਇਆ ਵੀ ਨਹੀਂ। ਮੇਰੇ ਖਿਆਲ ਨਾਲ ਜਿੱਦਣ ਜ਼ਿੰਦਗੀ 'ਚ ਕੋਈ ਚੇਂਜ ਪੰਜਾਬ 'ਚ ਆਊਗੀ, ਕੋਈ ਡਿਫਰੈਂਟ ਲੀਡਰ ਆਉਣਗੇ, ਜੇ ਸੱਤਾ ਕਦੇ ਮੇਰੇ ਹੱਥ 'ਚ ਆਈ ਔਰ ਮੈਨੂੰ ਕਿਤੇ ਜ਼ਿੰਦਗੀ ਰੱਬ ਨੇ ਚਾਂਸ ਦਿੱਤਾ ਤੇ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਰੱਖ ਕੇ, ਉਹ ਰੱਬ ਜਾਣਦਾ, ਉਹ ਸਜ਼ਾਵਾਂ ਜਿਹੜੀਆਂ ਕਚਹਿਰੀ ਦੇ ਵਿੱਚ ਜਾ ਕੇ 2-2 ਸਾਲ ਲੱਗਦੇ ਨੇ, ਉਹ ਸਜ਼ਾ ਉਸੇ ਵੇਲੇ ਕਰਕੇ ਖਤਮ ਕਰਕੇ ਬੰਦਾ ਫਿਨਿਸ਼ ਜਾਂ ਜੇਲ੍ਹਾਂ ਦੇ ਵਿੱਚ। ਜਦ ਤੱਕ ਤੁਸੀਂ ਇਹ ਕੰਮ ਨਹੀਂ ਕਰੋਗੇ ਤਦ ਤੱਕ ਪੰਜਾਬ ਦੀ ਧਰਤੀ ਤੇ ਅਮਨ ਸ਼ਾਂਤੀ ਨਹੀਂ ਹੋ ਸਕਦੀ। ਯੋਗਰਾਜ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸਨ ਸਰਦਾਰ ਯੋਗਰਾਜ ਸਿੰਘ ਜਿਨ੍ਹਾਂ ਨੇ ਦਾ ਯੋਗਰਾਜ ਸ਼ੋਅ ਵਿਦ ਸੁਖਵਿੰਦਰ ਸਿੱਧੂ ਦੇ ਵਿੱਚ ਬਹੁਤ ਚੰਗੇ ਵਿਚਾਰ ਦਿੱਤੇ ਨੇ। ਤੁਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਗੱਲਾਂ ਤੁਹਾਨੂੰ ਪਸੰਦ ਆਉਣਗੀਆਂ। ਪਰ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਅਸੀਂ ਉਹ ਮੁੱਦੇ ਚੱਕਾਂਗੇ ਜੋ ਨਹੀਂ ਚੁੱਕੇ ਜਾਂਦੇ, ਜਿਹੜੇ ਮੁੱਦੇ ਸਰਕਾਰਾਂ ਤੱਕ ਨਹੀਂ ਪਹੁੰਚਦੇ, ਉਹ ਮੁੱਦੇ ਅਸੀਂ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਵੀ ਸਾਨੂੰ ਆਪਣੇ ਮੁੱਦੇ ਜੇਕਰ ਦੱਸਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਹੇਠਾਂ ਜਾ ਕੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣਾ ਗੱਲਬਾਤ ਰੱਖ ਸਕਦੇ ਹੋ, ਆਪਣਾ ਮੁੱਦਾ ਸਾਨੂੰ ਦੱਸ ਸਕਦੇ ਹੋ। ਨਹੀਂ ਤਾਂ ਸਾਡੇ ਸਕਰੀਨ ਦੇ ਉੱਪਰ ਨੰਬਰ ਵੀ ਲਗਾਤਾਰ ਚੱਲ ਰਹੇ ਨੇ, ਉਹਨਾਂ ਦੇ ਉੱਪਰ ਸਾਨੂੰ ਫੋਨ ਕਰਕੇ ਵੀ ਤੁਸੀਂ ਆਪਣਾ ਮੁੱਦਾ ਸਾਨੂੰ ਦੱਸ ਸਕਦੇ ਹੋ ਤਾਂ ਜੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਆਵਾਜ਼ ਜਿਹੜੀ ਹੈਗੀ ਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਫਿਲਹਾਲ ਲਈ ਦਿਓ ਇਜਾਜ਼ਤ, ਧੰਨਵਾਦ।